CDC ਜਿਹੜਾ ਸੈਂਟਰ ਫॉर ਡਿਜ਼ੀਜ਼ ਕੰਟਰੋਲ US ਦੇ ਵਿੱਚ ਹੈਗਾ, ਉਹਨਾਂ ਨੇ ਦੱਸਿਆ ਸੀ ਕਿ ਸਿਰਫ 3 ਸਿੰਪਟਮ ਪਹਿਲਾਂ ਉਹਨਾਂ ਨੇ ਰਜਿਸਟਰ ਕੀਤੇ ਸੀ ਕੋਵਿਡ ਦੇ, ਕਿ ਇਹਦੇ ਨਾਲ ਗਲਾ ਖਰਾਬ ਹੁੰਦਾ ਹੈ ਤੇ ਇਹਦੇ ਨਾਲ ਫੀਵਰ ਹੁੰਦਾ ਹੈ ਔਰ ਸ਼ਾਰਟਨੈਸ ਆਫ ਬ੍ਰੈਥ ਯਾਨੀ ਕਿ ਸਾਹ ਦੀ ਪ੍ਰੋਬਲਮ ਹੁੰਦੀ ਹੈ। ਤਾਂ 3 ਸਿੰਪਟਮ ਸ਼ੁਰੂ 'ਚ ਉਹਨਾਂ ਨੇ ਦੱਸੇ। ਜੋ ਇਨਫਲੇਮੇਟਰੀ ਫੀਵਰ ਹੋਏਗਾ ਕੋਵਿਡ ਦਾ ਫੀਵਰ, ਉਹ ਲੋ ਗ੍ਰੇਡ ਫੀਵਰ ਹੋਏਗਾ, 99 100 ਤੱਕ ਹੀ ਫੀਵਰ ਜਾਏਗਾ। ਜਾਂ ਕਈ ਵਾਰ ਇਹ ਹੈ ਕਿ ਟੈਂਪਰੇਚਰ ਚੈੱਕ ਕਰਦੇ ਆ ਉਹ ਨਾਰਮਲ ਹੁੰਦਾ, ਲੇਕਿਨ ਬੰਦੇ ਨੂੰ ਅੰਦਰੋਂ ਲੱਗਦਾ ਕਿ ਮੈਨੂੰ ਹਰਾਹਟ ਹੋ ਰਹੀ ਹੈ, ਮੈਨੂੰ ਹੱਡ ਪੈਰ ਭੰਨਣੀ ਹੋ ਰਹੀ ਹੈ, ਮੈਨੂੰ ਅੰਦਰੋਂ ਫੀਵਰ ਲੱਗ ਰਿਹਾ ਹੈ। ਇਸ ਤਰ੍ਹਾਂ ਦੇ ਫੀਵਰ ਨੂੰ ਇਨਫਲੇਮੇਟਰੀ ਫੀਵਰ ਕਹਿੰਦੇ ਆ। ਕੋਵਿਡ ਦਾ ਜਿਹੜਾ ਹੈਗਾ ਇਹੋ ਜਿਹਾ ਫੀਵਰ ਹੁੰਦਾ, ਕਦੇ ਵੀ 100 ਤੋਂ ਉੱਪਰ ਨਹੀਂ ਫੀਵਰ ਜਾਂਦਾ। ਜਦੋਂ 100 ਤੋਂ ਉੱਪਰ ਫੀਵਰ ਜਾਂਦਾ ਹੈ ਜਾਂ ਤਾਂ ਉਹ ਕੋਵਿਡ ਦਾ ਫੀਵਰ ਨਹੀਂ ਹੈ ਜਾਂ ਫਿਰ ਕੋਵਿਡ ਦੇ ਨਾਲ ਉਹਨੂੰ ਸੈਕੰਡਰੀ ਬੈਕਟੀਰੀਅਲ ਇਨਫੈਕਸ਼ਨ ਹੋ ਗਿਆ, ਉਹਦੇ ਕਰਕੇ ਫੀਵਰ ਹੋ ਸਕਦਾ ਹੈ। ਐਲਰਜਿਕ ਜਿਹੜਾ ਤੁਹਾਨੂੰ ਕੋਲਡ ਫੀਵਰ ਤੇ ਜਿਹੜਾ ਸਾਰਾ ਕੁਝ ਹੋ ਰਿਹਾ ਹੈ, ਉਹ ਐਲਰਜੀ ਦੇ ਕਰਕੇ ਹੋ ਰਿਹਾ, ਉਹ ਕੋਵਿਡ ਦੇ ਕਰਕੇ ਨਹੀਂ ਹੈਗਾ। ਤੁਹਾਡੀ ਹਿਸਟਰੀ ਆਪਣੇ ਆਪ ਦੱਸ ਰਹੀ ਹੈ ਕਿ ਸਾਨੂੰ ਜ਼ਿਆਦਾ ਚਾਂਸਸ ਹੈ ਕਿ ਕੋਵਿਡ ਨਹੀਂ ਹੈ, ਸਾਨੂੰ ਇਹ ਕੋਲਡ ਜਿਹੜਾ ਹੋ ਰਿਹਾ ਇੱਕ ਐਲਰਜਿਕ ਹੈ। ਕਿਹਾ ਜਾਂਦਾ ਵੱਡਿਆਂ 'ਚ ਕਿ ਛਾਤੀ ਜਾਮ ਹੋ ਜਾਂਦੀ ਹੈ, ਕਿਉਂਕਿ ਹੁਣ AC ਵੀ ਲੱਗੇ ਹੋਣਗੇ ਤਾਂ ਲੋਕ ਡਿਫਰੈਂਸ਼ੀਏਟ ਨਹੀਂ ਕਰ ਪਾਉਂਦੇ, ਬੰਦ ਕਰੀਏ ਚਾਲੂ ਰੱਖੀਏ। ਤੇ ਛਾਤੀ ਜਾਮ ਵਾਲੇ ਨੂੰ ਡਰਨ ਦੀ ਲੋੜ ਹੈ ਕਿ ਕਰੋਨਾ ਟੈਸਟ ਕਰਾਇਆ ਜਾਏ, ਜਾਂ ਉਹ ਵੀ ਐਂਟੀਬਾਇਓਟਿਕ ਖਾ ਕੇ ਥੋੜ੍ਹੇ ਦਿਨ ਵੇਟ ਕਰ ਸਕਦੇ ਕਿ ਠੀਕ ਹੋ ਗਿਆ ਤਾਂ ਠੀਕ ਹੈ, ਨਹੀਂ ਤਾਂ ਫਿਰ ਕਰੋਨਾ ਕਰਾਇਆ ਜਾਏ। ਅਗਰ ਛਾਤੀ ਜਾਮ ਹੈ, ਤੁਹਾਨੂੰ ਹਿਸਟਰੀ ਹੈਗੀ ਐਲਰਜੀ ਦੀ ਆਲਰੇਡੀ, ਤੁਹਾਨੂੰ ਇਚਿੰਗ ਹੋ ਰਹੀ ਹੈ ਨੱਕ 'ਚ, ਬੋਡੀ 'ਤੇ ਹੋ ਰਹੀ ਹੈ, ਜ਼ਿਆਦਾ ਚਾਂਸ ਹੈ ਕਿ ਤੁਹਾਨੂੰ ਐਲਰਜਿਕ ਹੋ ਰਿਹਾ ਹੈ ਸਾਰਾ ਕੁਝ, ਤੇ ਤੁਸੀਂ ਉਹ ਐਂਟੀ ਐਲਰਜਿਕ ਐਂਟੀ ਇਨਫਲੇਮੇਟਰੀ ਦਵਾਈ ਲੈ ਸਕਦੇ ਹੋ। ਹਲੇ ਟੈਸਟ ਡਿਲੇ ਵੀ ਕਰ ਸਕਦੇ ਹੋ, ਲੇਕਿਨ ਕੋਸ਼ਿਸ਼ ਕਰੋ ਕਿ ਅਗਰ ਤੁਹਾਨੂੰ ਐਲਰਜਿਕ ਵੀ ਹੈਗਾ ਆਪਣੇ ਆਪ ਨੂੰ ਆਈਸੋਲੇਟ ਕਰੋ। ਮੌਸਮ ਜਿਹੜਾ ਹੈ ਉਹ ਲਗਾਤਾਰ ਬਦਲ ਰਿਹਾ ਹੈ, ਠੰਡਾ ਮੌਸਮ ਹੋਣਾ ਸ਼ੁਰੂ ਹੋ ਗਿਆ, ਆਉਣ ਵਾਲੇ ਕੁਝ ਦਿਨਾਂ ਵਿੱਚ ਠੰਡ ਵੀ ਆ ਜਾਏਗੀ। ਲਗਾਤਾਰ ਲੋਕਾਂ ਨੂੰ ਜਿਹੜਾ ਹੈ ਨਜ਼ਲਾ, ਜ਼ੁਕਾਮ, ਖਾਂਸੀ, ਗਲਾ ਦਰਦ, ਇਹਦੀ ਪਰੇਸ਼ਾਨੀ ਜਿਹੜੀ ਹੈ ਆਮ ਸਾਰਿਆਂ ਨੂੰ ਹੋ ਰਹੀ ਹੈ। ਕਰੋਨਾ ਦਾ ਕਾਲ ਚੱਲਿਆ ਹੋਇਆ, ਇਹਦੇ ਵਿੱਚ ਹੁਣ ਕਿੱਦਾਂ ਪਤਾ ਲਾਈਏ ਕਿ ਉਹਨਾਂ ਨੂੰ ਕਰੋਨਾ ਬਾਰੇ ਸਿੰਪਟਮ ਨੇ ਕਰੋਨਾ ਦੇ, ਕਿਉਂਕਿ ਸਿੰਪਟਮ ਸਾਰੇ ਇੱਕੋ ਜਿਹੇ ਨੇ, ਜਾਂ ਨਾਰਮਲ ਫਲੂ ਹੈ। ਮੇਰੇ ਨਾਲ ਗੱਲਬਾਤ ਕਰਨ ਨੂੰ ਮੌਜੂਦ ਨੇ ਸੀਨੀਅਰ ਮੈਡੀਕਲ ਐਕਸਪਰਟ ਡਾਕਟਰ ਸੁਖਵਿੰਦਰ ਸਿੰਘ ਸੱਗੂ। ਗੱਲਬਾਤ ਕਰਾਂਗੇ। ਸੱਗੂ ਸਾਹਿਬ, ਇਹੀ ਸਵਾਲ ਹੈ ਕਿ ਨਾਰਮਲ ਫਲੂ ਹੋਇਆ ਹੈ ਕਿ ਕਰੋਨਾ, ਕਿੱਦਾਂ ਪਤਾ ਲਾਇਆ ਜਾਏ? ਬਿਲਕੁਲ ਹੁਣ ਟਾਈਮ ਆ ਗਿਆ ਹੈ, ਕਿਉਂਕਿ ਹੁਣ ਸਰਦੀਆਂ ਸ਼ੁਰੂ ਹੋ ਗਈਆਂ, ਐਲਰਜੀ ਸ਼ੁਰੂ ਹੋ ਜਾਣੀ ਹੈ, ਬਹੁਤ ਸਾਰੇ ਸਰਦੀ ਜ਼ੁਕਾਮ ਜਿਹੜੇ ਨਾਰਮਲ ਜਿਹੜੇ ਆਪਣੇ ਵਾਇਰਲ ਫੀਵਰ ਆਪਾਂ ਨੂੰ ਹੁੰਦੇ ਆ ਉਹ ਸ਼ੁਰੂ ਹੋ ਜਾਣੇ ਆ ਹੁਣ। ਅਤੇ ਕਿਉਂਕਿ ਹੁਣ ਕੋਵਿਡ ਦਾ ਟਾਈਮ ਲੱਗ ਰਿਹਾ, ਕੋਵਿਡ ਦਾ ਟਾਈਮ ਆਲਰੇਡੀ ਚੱਲ ਰਿਹਾ ਹੈ, ਅਤੇ ਹੁਣ ਆਪਾਂ ਨੂੰ ਕਿਵੇਂ ਡਿਫਰੈਂਸ਼ੀਏਟ ਕਰੀਏ ਕਿ ਇਹ ਨਾਰਮਲ ਫੀਵਰ ਹੈ ਜਾਂ ਇਹ ਕੋਵਿਡ ਫੀਵਰ ਹੈ ਜਾਂ ਫਿਰ ਸਰਦੀ ਜ਼ੁਕਾਮ ਹੈ। ਇਹਦੇ ਵਾਸਤੇ ਇਹ ਬੜਾ ਜ਼ਰੂਰੀ ਹੈ ਕਿ ਆਪਾਂ ਨੂੰ 4 ਚੀਜ਼ਾਂ ਜਿਹੜੀਆਂ ਇੰਪੋਰਟੈਂਟ ਹੁੰਦੀਆਂ। ਨੰਬਰ 1 ਕਿ ਤੁਹਾਡੀ ਹਿਸਟਰੀ ਕੀ ਕਹਿੰਦੀ ਹੈ। ਨੰਬਰ 2 ਤੁਹਾਡੇ ਸਿੰਪਟਮ ਜਿਹੜੇ ਲੱਛਣ ਹੈ ਉਹ ਕੀ ਕਹਿੰਦੇ ਹੈ। ਨੰਬਰ 3 ਜਦੋਂ ਡਾਕਟਰ ਕੋਲ ਜਾਂਦੇ ਹੋ, ਡਾਕਟਰ ਜਿਹੜੇ ਸਾਇੰਸ ਦੇਖਦਾ ਉਹ ਕੀ ਕਹਿੰਦੇ ਹੈ। ਅਤੇ ਉਸ ਤੋਂ ਬਾਅਦ ਚੌਥਾ ਨੰਬਰ ਆਉਂਦਾ ਕਿ ਤੁਹਾਡੇ ਇਨਵੈਸਟੀਗੇਸ਼ਨ ਕੀ ਕਹਿੰਦੇ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਵੇਂ ਕੋਵਿਡ CDC ਜਿਹੜਾ ਹੈਗਾ ਸੈਂਟਰ ਫॉर ਡਿਜ਼ੀਜ਼ ਕੰਟਰੋਲ US ਦੇ ਵਿੱਚ ਹੈਗਾ, ਉਹਨਾਂ ਨੇ ਦੱਸਿਆ ਸੀ ਕਿ ਸਿਰਫ 3 ਸਿੰਪਟਮ ਪਹਿਲਾਂ ਉਹਨਾਂ ਨੇ ਦੱਸੇ ਸੀਗੇ, ਰਜਿਸਟਰ ਕੀਤੇ ਸੀ ਕੋਵਿਡ ਦੇ, ਕਿ ਇਹਦੇ ਨਾਲ ਗਲਾ ਖਰਾਬ ਹੁੰਦਾ ਹੈ ਅਤੇ ਇਹਦੇ ਨਾਲ ਫੀਵਰ ਹੁੰਦਾ ਹੈ ਔਰ ਸ਼ਾਰਟਨੈਸ ਆਫ ਬ੍ਰੈਥ ਯਾਨੀ ਕਿ ਸਾਹ ਦੀ ਪ੍ਰੋਬਲਮ ਹੁੰਦੀ ਹੈ। ਤਾਂ 3 ਸਿੰਪਟਮ ਸ਼ੁਰੂ 'ਚ ਉਹਨਾਂ ਨੇ ਦੱਸੇ, ਲੇਕਿਨ ਉਸ ਤੋਂ ਬਾਅਦ ਤਕਰੀਬਨ 10-11 ਸਿੰਪਟਮ ਇਹਦੇ ਹੋਰ ਬਾਅਦ ਦੇ ਵਿੱਚ CDC ਨੇ ਹੀ ਰਜਿਸਟਰ ਕੀਤੇ, ਜਿਵੇਂ ਕਿ ਮਸਲ ਪੇਨ ਹੋਣਾ ਹੈ, ਜਿਵੇਂ ਕਿ ਸੀਵੀਅਰ ਹੈਡੇਕ ਹੋਣਾ ਹੈ, ਜਿਵੇਂ ਕਿ ਲਾਸ ਆਫ ਟੇਸਟ ਹੈ, ਲਾਸ ਆਫ ਸਮੈਲ ਹੈ ਨਾ, ਅਤੇ ਡਾਈਜੈਸਟਿਵ ਸਿਸਟਮ ਦੇ ਸਿੰਪਟਮ ਹੈ, ਵੋਮਿਟਿੰਗ, ਡਾਇਰੀਆ, ਲੂਜ਼ ਮੋਸ਼ਨ। ਤਾਂ ਇਹ ਸਾਰੇ ਜਿਹੜੇ ਹੈਗੇ ਕੋਵਿਡ ਸਪੈਸੀਫਿਕ ਸਿੰਪਟਮ ਹੈਗੇ। ਹੁਣ ਆਪਾਂ ਗੱਲ ਡਿਫਰੈਂਸ਼ੀਏਟ ਕਰਦੇ ਹਾਂ ਕਿ ਆਪਾਂ ਨੂੰ ਕਿਸੇ ਪੇਸ਼ੈਂਟ ਨੂੰ ਕੀ ਹੈ ਕਿ ਫੀਵਰ ਹੈ ਸਿੰਪਲ। ਹੁਣ ਉਹਦੇ ਵਿੱਚ ਵੀ 2 ਤਰ੍ਹਾਂ ਦਾ ਫੀਵਰ ਹੈ। ਕੋਵਿਡ ਦਾ ਜਿਹੜਾ ਫੀਵਰ ਹੋਏਗਾ ਉਹ ਇੱਕ ਤਰ੍ਹਾਂ ਦਾ ਇਨਫਲੇਮੇਟਰੀ ਫੀਵਰ ਹੁੰਦਾ ਹੈ, ਅਤੇ ਜਿਹੜਾ ਬਾਕੀ ਸਭ ਦਾ ਫੀਵਰ ਹੁੰਦਾ ਹੈ ਜਿਵੇਂ ਟਾਈਫਾਇਡ ਫੀਵਰ ਦਾ, ਟਾਈਫਾਇਡ ਦਾ ਹੈਗਾ, ਮਲੇਰੀਆ ਦਾ ਹੈਗਾ, ਉਹ ਸਾਰੇ ਇਨਫੈਕਸ਼ੀਅਸ ਫੀਵਰ ਹੈ, ਜਾਂ ਫਿਰ ਨਿਮੋਨੀਆ ਦਾ ਫੀਵਰ ਹੈ, ਉਹ ਸਾਰੇ ਇਨਫੈਕਸ਼ੀਅਸ ਹੈ। ਇਹ 'ਚ ਡਿਫਰੈਂਸ਼ੀਏਸ਼ਨ ਆਪਾਂ ਜਦੋਂ ਕਰਦੇ ਹਾਂ ਇਹਦੇ ਵਿੱਚ ਇਹ ਹੈ ਕਿ ਜਦੋਂ ਇਨਫਲੇਮੇਟਰੀ ਫੀਵਰ ਹੋਏਗਾ ਕੋਵਿਡ ਦਾ ਫੀਵਰ, ਉਹ ਲੋ ਗ੍ਰੇਡ ਫੀਵਰ ਹੋਏਗਾ, 99 100 ਤੱਕ ਹੀ ਫੀਵਰ ਜਾਏਗਾ। ਜਾਂ ਕਈ ਵਾਰ ਇਹ ਹੈ ਕਿ ਟੈਂਪਰੇਚਰ ਚੈੱਕ ਕਰਦੇ ਆ ਉਹ ਨਾਰਮਲ ਹੁੰਦਾ, ਲੇਕਿਨ ਬੰਦੇ ਨੂੰ ਅੰਦਰੋਂ ਲੱਗਦਾ ਕਿ ਮੈਨੂੰ ਹਰਾਹਟ ਹੋ ਰਹੀ ਹੈ, ਮੈਨੂੰ ਹੱਡ ਪੈਰ ਭੰਨਣੀ ਹੋ ਰਹੀ ਹੈ, ਮੈਨੂੰ ਅੰਦਰੋਂ ਫੀਵਰ ਲੱਗ ਰਿਹਾ ਹੈ। ਇਸ ਤਰ੍ਹਾਂ ਦੇ ਫੀਵਰ ਨੂੰ ਇਨਫਲੇਮੇਟਰੀ ਫੀਵਰ ਕਹਿੰਦੇ ਆ। ਕੋਵਿਡ ਦਾ ਜਿਹੜਾ ਹੈਗਾ ਇਹੋ ਜਿਹਾ ਫੀਵਰ ਹੁੰਦਾ, ਕਦੇ ਵੀ 100 ਤੋਂ ਉੱਪਰ ਨਹੀਂ ਫੀਵਰ ਜਾਂਦਾ। ਜਦੋਂ 100 ਤੋਂ ਉੱਪਰ ਫੀਵਰ ਜਾਂਦਾ ਹੈ ਜਾਂ ਤਾਂ ਉਹ ਕੋਵਿਡ ਦਾ ਫੀਵਰ ਨਹੀਂ ਹੈ ਜਾਂ ਫਿਰ ਕੋਵਿਡ ਦੇ ਨਾਲ ਉਹਨੂੰ ਸੈਕੰਡਰੀ ਬੈਕਟੀਰੀਅਲ ਇਨਫੈਕਸ਼ਨ ਹੋ ਗਿਆ, ਉਹਦੇ ਕਰਕੇ ਫੀਵਰ ਹੋ ਸਕਦਾ ਹੈ। ਹੁਣ ਦੂਜੀ ਗੱਲ ਕਿ ਸਿੰਪਲ ਸਰਦੀ ਜ਼ੁਕਾਮ ਤੋਂ ਆਪਾਂ ਇਹਨੂੰ ਕਿਵੇਂ ਡਿਫਰੈਂਸ਼ੀਏਟ ਕਰੀਏ ਕੋਵਿਡ ਨੂੰ। ਇਹ ਮੰਨਿਆ ਗਿਆ ਹੈ ਕਿ ਗਲਾ ਖਰਾਬ ਹੋਣਾ, ਗਲੇ ਦੀ ਹਰਾਹਟ ਹੋਣੀ ਇੱਕ ਤਰ੍ਹਾਂ ਦਾ ਸਿੰਪਟਮ ਸੀਗਾ ਜੋ CDC ਨੇ ਦੱਸਿਆ, ਲੇਕਿਨ ਆਪਾਂ ਇਹ ਦੇਖਿਆ ਹੁਣ ਜੋ ਆਪਣੇ ਕੋਲੇ ਤਕਰੀਬਨ 6 ਮਹੀਨੇ 7 ਮਹੀਨੇ ਦਾ ਐਕਸਪੀਰੀਅੰਸ ਹੈਗਾ ਕੋਵਿਡ ਦਾ ਆਪਣੇ ਇੰਡੀਆ ਦੇ ਵਿੱਚ, ਸਿਰਫ 10 ਤੋਂ 15% ਜਿਹੜੇ ਲੋਕ ਹੈ ਉਹਨਾਂ ਦਾ ਹੀ ਗਲਾ ਖਰਾਬ ਹੈ, ਬਾਕੀਆਂ ਦਾ ਗਲਾ ਖਰਾਬ ਨਹੀਂ ਹੁੰਦਾ। ਅਗਰ ਤੁਹਾਨੂੰ ਛਿੱਕਾਂ ਆ ਰਹੀਆਂ, ਤੁਹਾਡਾ ਗਲਾ ਖਰਾਬ ਹੈ, ਤੁਹਾਨੂੰ ਫੀਵਰ ਨਹੀਂ ਹੈ, ਤਾਂ ਚਾਂਸਸ ਹੈ ਕਿ ਤੁਹਾਨੂੰ ਕੋਵਿਡ ਨਾ ਹੋਵੇ, ਬਾਕੀ ਸਾਰੀਆਂ ਚੀਜ਼ਾਂ ਹੋਣ। ਪਲੱਸ ਅਗਰ ਤੁਹਾਨੂੰ ਹਿਸਟਰੀ ਹੈਗੀ ਹੈ, ਆਪਾਂ ਕਹਿੰਦੇ ਹਾਂ ਕਿ ਸਾਡੇ ਮੁੰਡੇ ਨੂੰ ਜਾਂ ਸਾਡੇ ਬੱਚੇ ਨੂੰ ਕੀ ਹੈ ਕਿ ਹਰ ਸਾਲ ਹੀ ਜਦੋਂ ਸਰਦੀਆਂ ਸ਼ੁਰੂ ਹੁੰਦੀਆਂ ਉਦੋਂ ਜ਼ੁਕਾਮ ਸ਼ੁਰੂ ਹੋ ਜਾਂਦਾ, ਇਹਦਾ ਮਤਲਬ ਤੁਹਾਡੇ ਕੋਲ ਹਿਸਟਰੀ ਹੈਗੀ ਹੈ ਪਹਿਲਾਂ।
ਐਲਰਜੀ ਹੈਗੀ ਹੈ ਤਾਂ ਉਹ ਜਿਹੜਾ ਐਲਰਜਿਕ ਜਿਹੜਾ ਤੁਹਾਨੂੰ ਕੋਲਡ ਫੀਵਰ ਤੇ ਜਿਹੜਾ ਸਾਰਾ ਕੁਝ ਹੋ ਰਿਹਾ ਹੈ ਉਹ ਐਲਰਜੀ ਦੇ ਕਰਕੇ ਹੋ ਰਿਹਾ, ਉਹ ਕੋਵਿਡ ਦੇ ਕਰਕੇ ਨਹੀਂ ਹੈਗਾ। ਤੁਹਾਡੀ ਹਿਸਟਰੀ ਆਪਣੇ ਆਪ ਦੱਸ ਰਹੀ ਹੈ ਕਿ ਸਾਨੂੰ ਜ਼ਿਆਦਾ ਚਾਂਸਸ ਹੈ ਕਿ ਕੋਵਿਡ ਨਹੀਂ ਹੈ, ਸਾਨੂੰ ਇਹ ਕੋਲਡ ਜਿਹੜਾ ਹੋ ਰਿਹਾ ਇੱਕ ਐਲਰਜਿਕ ਹੈ। ਦੂਜਾ, ਜਦੋਂ ਵੀ ਐਲਰਜਿਕ ਕੋਲਡ ਵਗੈਰਾ ਜਦੋਂ ਹੁੰਦਾ ਆਪਾਂ ਨੂੰ, ਜਾਂ ਇਨਫਲੂਐਂਜ਼ਾ ਜਿਹੜਾ ਹੈਗਾ ਸਿੰਪਲ ਕੋਲਡ ਹੈ, ਉਹਦੇ ਵਿੱਚ ਨੱਕ ਦੇ ਵਿੱਚ ਖੁਰਕ ਹੋਣੀ, ਇਚਿੰਗ ਹੋਣੀ, ਜਿਹੜਾ ਬੱਚਾ ਹੈ ਉਹ ਬਿਲਕੁਲ ਇਹਨੂੰ ਨੱਕ ਰਗੜਦਾ ਰਹਿੰਦਾ ਹੈ, ਇਹ ਵੀ ਇੱਕ ਤਰ੍ਹਾਂ ਦਾ ਸਿੰਪਟਮ ਹੈ ਕਿ ਇਹ ਇੱਕ ਐਲਰਜੀ ਹੈ। ਫਿਰ ਅੱਖਾਂ ਦੇ ਨੀਚੇ ਧੱਬੇ ਹੋ ਜਾਂਦੇ ਆ, ਉਹ ਵੀ ਇੱਕ ਐਲਰਜੀ ਦਾ ਸਿੰਪਟਮ ਹੈ। ਸਵੈਲਿੰਗ ਹੋ ਜਾਂਦੀ ਹੈ, ਨੱਕ ਦੀ ਸਵੈਲਿੰਗ ਹੋ ਜਾਏਗੀ, ਉਹ ਵੀ ਇੱਕ ਐਲਰਜੀ ਹੈ। ਸਰੀਰ ਤੇ ਇਚਿੰਗ ਹੋਏਗੀ, ਉਹ ਵੀ ਇੱਕ ਐਲਰਜੀ ਹੈ। ਤੇ ਅਗਰ ਇਹ ਸਾਰੇ ਸਿੰਪਟਮ ਹੈਗੇ ਆ, ਇਹਦਾ ਮਤਲਬ ਇਹ ਕੋਵਿਡ ਦੇ ਨਹੀਂ ਹੈ, ਇਹ ਨੋਰਮਲ ਜਿਹੜਾ ਹੈਗਾ ਕੋਲਡ ਜ਼ੁਕਾਮ, ਤੁਹਾਨੂੰ ਨੋਰਮਲ ਸਰਦੀ ਜ਼ੁਕਾਮ ਜਿਹੜਾ ਹੈਗਾ ਉਹ ਹੋ ਰਿਹਾ। ਅਗਰ ਤੁਹਾਨੂੰ ਲਾਸ ਆਫ ਟੇਸਟ ਹੈਗਾ, ਲਾਸ ਆਫ ਸਮੈਲ ਹੈਗਾ, ਜਾਂ ਫਿਰ ਡਾਈਜੈਸਟਿਵ ਸਿੰਪਟਮ, ਅੱਜ ਕੱਲ੍ਹ ਜਿਹੜਾ 50% ਜਿਹੜੇ ਕੋਵਿਡ ਪੇਸ਼ੈਂਟ ਦੇ ਵਿੱਚ ਲੂਜ਼ ਮੋਸ਼ਨ ਦੀ ਆ ਰਹੇ ਹੈ, ਡਾਈਜੈਸਟਿਵ ਜਿਹੜੇ ਸਿੰਪਟਮਸ ਹੈਗੇ ਉਹ ਸਾਰੇ ਆ ਰਹੇ ਨੇ। ਅਗਰ ਲੂਜ਼ ਮੋਸ਼ਨ ਹੈ, ਫੀਵਰ ਹੈ, ਲਾਸ ਆਫ ਟੇਸਟ, ਲਾਸ ਆਫ ਸਮੈਲ ਹੈ, ਤਾਂ ਮੋਰ ਦੈਨ 90% ਚਾਂਸ ਹੈ ਕਿ ਕੋਵਿਡ ਹੈਗਾ। ਠੀਕ ਹੈ, ਆਪਾਂ ਨੂੰ ਹਿਸਟਰੀ ਦੇਖਣੀ ਹੈ, ਫਿਰ ਆਪਾਂ ਨੂੰ ਲੱਛਣ ਦੇਖਣੇ ਹੈ, ਕੀ ਲੱਛਣ ਹੈ। ਲੱਛਣ ਤੋਂ ਬਾਅਦ ਜਦੋਂ ਆਪਾਂ ਡਾਕਟਰ ਕੋਲ ਜਾਂਦੇ ਹਾਂ ਤਾਂ ਡਾਕਟਰ ਦੇਖਦਾ ਹੈ, ਅਗਰ ਤੁਹਾਡੇ ਸਰੀਰ ਤੇ ਲਾਲ ਲਾਲ ਧੱਬੇ ਬਣੇ ਹੋਏ ਹੈ ਤਾਂ ਜਾਂ ਉਹ ਐਲਰਜੀ ਕਰਕੇ ਹੋ ਸਕਦੇ ਜਾਂ ਫਿਰ ਡੇਂਗੀ ਫੀਵਰ ਕਰਕੇ ਹੋ ਸਕਦੇ ਹੈ। ਠੀਕ ਹੈ, ਤੇ ਉਹ ਵੀ ਆਪਾਂ ਸਾਈਨ ਵੀ ਜਿਹੜਾ ਡਾਕਟਰ ਸਾਨੂੰ ਦੇਖ ਕੇ ਦੱਸੇਗਾ ਕਿ ਉਹਨੂੰ ਵੀ ਆਈਡੀਆ ਹੋ ਜਾਂਦਾ ਹੈ ਕਿ ਇਹ ਕੋਵਿਡ ਕਰਕੇ ਹੈ ਜਾਂ ਨੌਨ ਕੋਵਿਡ ਕਰਕੇ ਹੈ। ਪਰ ਅੱਜ ਕੱਲ੍ਹ ਜਿਹੜਾ ਫੀਵਰ, ਕਿਸੇ ਨੂੰ ਵੀ ਫੀਵਰ ਹੁੰਦਾ, ਆਪਾਂ 90% ਕਹਿ ਦਿੰਦੇ ਕਿ ਇਹ ਤਾਂ ਕੋਵਿਡ ਕਰਕੇ ਹੀ ਹੈਗਾ। ਫਿਰ ਚੌਥਾ ਹੈਗਾ ਕਿ ਇਨਵੈਸਟੀਗੇਸ਼ਨ ਦੇ ਵਿੱਚ ਹੈ ਕਿ ਆਪਾਂ CBC ਜਿਹੜੇ ਕਾਊਂਟ ਹੈਗੇ ਹੈ, ਉਹਦੇ ਵਿੱਚ ਅਗਰ ਲਿੰਫੋਸਾਈਟ ਡਾਊਨ ਜਾ ਰਹੇ ਹੈ ਤਾਂ ਜ਼ਿਆਦਾ ਚਾਂਸ ਹੈ ਕਿ ਕੋਵਿਡ ਦੇ ਕਰਕੇ ਤੁਹਾਨੂੰ ਫੀਵਰ ਹੋ ਰਿਹਾ ਹੈ। ਠੀਕ ਹੈ, ਜਾਂ ਫਿਰ ਪਲੇਟਲੇਟ ਡਾਊਨ ਜਾ ਰਿਹਾ ਹੈ ਤਾਂ ਉਹ ਹੈਗਾ ਕਿ ਤੁਹਾਨੂੰ ਡੇਂਗੀ ਦੇ ਕਰਕੇ ਜਾ ਰਿਹਾ ਹੈ। ਫਿਰ ਬਾਕੀ ਕੋਵਿਡ ਦਾ ਸਪੈਸੀਫਿਕ ਟੈਸਟ ਹੈਗਾ, ਕੋਵਿਡ RT-PCR ਕਰਾਓ, ਬਿਲਕੁਲ ਕਰਾਉਣਾ ਚਾਹੀਦਾ ਹੈ, ਕਿਉਂਕਿ ਇਹ ਨਹੀਂ ਕਿ ਅਸੀਂ ਵਾਇਰਲ ਕਹਿ ਕੇ ਫਿਰਦੇ ਰਹੀਏ ਅਤੇ ਜੇ ਸਾਨੂੰ ਕੋਵਿਡ ਹੈ ਤਾਂ ਅਸੀਂ ਬਾਕੀ ਦੂਜਿਆਂ ਨੂੰ ਵੰਡ ਦਈਏ। ਸਾਨੂੰ ਜ਼ਰੂਰਤ ਹੈ ਅਸੀਂ ਟੈਸਟ ਕਰਾਈਏ, ਕੋਵਿਡ ਦਾ ਟੈਸਟ ਕਰਾ ਕੇ ਅਗਰ ਪੋਜ਼ੀਟਿਵ ਹੈ ਆਪਣੇ ਆਪ ਨੂੰ ਆਈਸੋਲੇਟ ਕਰੀਏ, ਘਰੇ ਰਹੀਏ, ਮੇਜਰਸ ਲਈਏ। ਇੱਕ ਹੋਰ ਇਹਦੇ 'ਚ ਜਿਹੜੇ ਆਮ ਲੋਕਾਂ ਦੇ ਵੀ ਦਿਮਾਗ 'ਚ ਹੁੰਦੀ ਹੈ ਕਿ ਮੰਨ ਲਓ ਕਿਸੇ ਨੂੰ ਬੁਖਾਰ ਹੋਇਆ, ਪੈਰਾਸੀਟਾਮੋਲ ਖਾ ਲਈ, ਉਹ ਠੀਕ ਹੋ ਗਿਆ, ਤਾਂ ਕਿਆ ਪਤਾ ਲਾਇਆ ਜਾਏ ਕਿ ਕੋਰੋਨਾ ਦਾ ਸੀਗਾ ਬੁਖਾਰ ਜਾਂ ਦੂਜਾ ਬੁਖਾਰ ਸੀਗਾ ਨਾਰਮਲ ਜਿਹੜਾ ਕਿ ਠੀਕ ਹੋ ਗਿਆ? ਕਿਉਂਕਿ ਕੋਰੋਨਾ ਦਾ ਵੀ ਕਹਿੰਦੇ ਕਿ ਬੁਖਾਰ ਜਿਹੜਾ 1-2 ਦਿਨ 'ਚ ਠੀਕ ਹੋ ਜਾਂਦਾ, ਇਹ ਚੀਜ਼ ਪਤਾ ਕਰ ਪਾਉਣਾ ਮੁਸ਼ਕਿਲ ਹੁੰਦੀ ਹੈ। ਬਿਲਕੁਲ, ਜਿਹੜਾ ਇਹਦਾ ਮੇਨ ਸਿੰਪਟਮ ਜਿਹੜਾ ਕੋਰੋਨਾ ਦਾ ਹੈਗਾ, ਜਿਹੜੇ ਮੋਰ ਦੈਨ 90% ਪੇਸ਼ੈਂਟਸ ਨੂੰ ਹੈਗਾ ਕਿ ਉਹਨਾਂ ਨੂੰ ਅੰਦਰੋਂ ਜਿਹੜੀ ਹੈ ਹੱਡ ਪੰਨੀ ਹੁੰਦੀ ਹੈ, ਬੋਡੀ ਐਕਸ ਹੁੰਦੇ ਆ। ਅਗਰ ਤੁਹਾਡੇ ਹੱਡ ਪੰਨੀ ਹੋ ਰਹੀ ਹੈ, ਬੋਡੀ ਐਕਸ ਤੁਹਾਨੂੰ ਹੋ ਰਿਹਾ ਹੈ, ਫੀਵਰ ਹੈਗਾ, ਤਾਂ ਜ਼ਿਆਦਾ ਚਾਂਸ ਹੈ ਕਿ ਤੁਹਾਨੂੰ ਕੋਵਿਡ ਦਾ ਫੀਵਰ ਹੈ। ਔਰ ਕਈ ਏਸਿਮਟੋਮੈਟਿਕ ਪੇਸ਼ੈਂਟ ਹੈ ਜਿਨ੍ਹਾਂ ਨੂੰ ਕੁਝ ਵੀ ਨਹੀਂ ਹੈਗਾ, ਲੇਕਿਨ ਕੁਝ ਵੀ ਨਹੀਂ ਹੈਗਾ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਕੋਈ ਸਿੰਪਟਮ ਆਇਆ ਨਹੀਂ, ਐਕਚੁਅਲੀ ਉਹਨਾਂ ਨੂੰ ਅੰਦਰੋਂ ਜਿਹੜਾ ਹੈਗਾ ਹੱਡ ਪੰਨੀ ਹੁੰਦੀ ਹੈ, ਲੇਕਿਨ ਉਹ ਕਹਿੰਦਾ ਕਿ ਯਾਰ ਥਕਾਵਟ ਕਰਕੇ ਹੋ ਗਿਆ, ਮੈਨੂੰ ਇਹ ਕਰਕੇ ਹੋ ਗਿਆ। ਉਹ ਐਕਚੁਅਲੀ ਥਕਾਵਟ ਨਾ ਕਰਕੇ ਉਹ ਕੋਵਿਡ ਕਰਕੇ ਹੁੰਦਾ ਹੈ। ਉਹਦੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ RT-PCR ਜ਼ਰੂਰ ਕਰਾਓ, ਟੈਸਟ ਜ਼ਰੂਰ ਕਰਾਓ। ਅਗਰ ਟੈਸਟ ਕਰਾ ਕੇ, ਅਗਰ ਤੁਸੀਂ ਟੈਸਟ ਨਹੀਂ ਵੀ ਕਰਾਉਂਦੇ ਤਾਂ ਵੀ ਅਗਰ ਕੋਈ ਵੀ ਫੀਵਰ ਹੋਇਆ ਆਪਣੇ ਆਪ ਨੂੰ ਆਈਸੋਲੇਟ ਕਰੋ, ਦੂਜਿਆਂ ਨੂੰ ਨਾ ਮਿਲੋ। ਅਗਰ ਤੁਹਾਨੂੰ ਕੋਈ ਇਹ ਕੋਵਿਡ ਹੈਗਾ ਤਾਂ ਐਟਲੀਸਟ ਤੁਸੀਂ ਦੂਜੇ ਨੂੰ ਉਹ ਵੰਡ ਨਾ ਸਕੋ, ਦੂਜੇ ਨੂੰ ਉਹ ਦੇ ਨਾ ਸਕੋ, ਦੂਜੇ ਨੂੰ ਸਪਰੈਡ ਨਾ ਕਰ ਸਕੋ। ਠੰਡ ਦੇ ਟਾਈਮ 'ਚ ਅਕਸਰ ਬੱਚਿਆਂ 'ਚ ਵੀ ਦੇਖਿਆ ਜਾਂਦਾ, ਵੱਡਿਆਂ 'ਚ ਵੀ, ਕਿ ਛਾਤੀ ਜਾਮ ਹੋ ਜਾਂਦੀ ਹੈ, ਕਿਉਂਕਿ ਹੁਣ AC ਵੀ ਲੱਗੇ ਹੋਣਗੇ ਤਾਂ ਲੋਕ ਡਿਫਰੈਂਸ਼ੀਏਟ ਨਹੀਂ ਕਰ ਪਾਉਂਦੇ, ਬੰਦ ਕਰੀਏ ਚਾਲੂ ਰੱਖੀਏ। ਤਾਂ ਛਾਤੀ ਜਾਮ ਵਾਲੇ ਨੂੰ ਡਰਨ ਦੀ ਲੋੜ ਹੈ ਕਿ ਕਰੋਨਾ ਟੈਸਟ ਕਰਾਇਆ ਜਾਏ, ਜਾਂ ਉਹ ਵੀ ਐਂਟੀਬਾਇਓਟਿਕ ਖਾ ਕੇ ਥੋੜ੍ਹੇ ਦਿਨ ਵੇਟ ਕਰ ਸਕਦੇ ਕਿ ਠੀਕ ਹੋ ਗਿਆ ਤਾਂ ਠੀਕ ਹੈ, ਨਹੀਂ ਤਾਂ ਫਿਰ ਕਰੋਨਾ ਕਰਾਇਆ ਜਾਏ? ਅਗਰ ਛਾਤੀ ਜਾਮ ਹੈ, ਤੁਹਾਨੂੰ ਹਿਸਟਰੀ ਹੈਗੀ ਹੈ ਐਲਰਜੀ ਦੀ ਆਲਰੇਡੀ, ਤੁਹਾਨੂੰ ਇਚਿੰਗ ਹੋ ਰਹੀ ਹੈ, ਨੱਕ 'ਚ, ਬੋਡੀ 'ਤੇ ਹੋ ਰਹੀ ਹੈ, ਜ਼ਿਆਦਾ ਚਾਂਸ ਹੈ ਕਿ ਤੁਹਾਨੂੰ ਐਲਰਜਿਕ ਹੋ ਰਿਹਾ ਹੈ ਸਾਰਾ ਕੁਝ, ਅਤੇ ਤੁਸੀਂ ਉਹ ਐਂਟੀ ਐਲਰਜਿਕ, ਐਂਟੀ ਇਨਫਲੇਮੇਟਰੀ ਦਵਾਈ ਲੈ ਸਕਦੇ ਹੋ। ਹਲੇ ਟੈਸਟ ਡਿਲੇ ਵੀ ਕਰ ਸਕਦੇ ਹੋ, ਲੇਕਿਨ ਕੋਸ਼ਿਸ਼ ਕਰੋ ਕਿ ਅਗਰ ਤੁਹਾਨੂੰ ਐਲਰਜਿਕ ਵੀ ਹੈਗਾ, ਆਪਣੇ ਆਪ ਨੂੰ ਆਈਸੋਲੇਟ ਕਰੋ। ਕੋਸ਼ਿਸ਼ ਕਰੋ ਕਿ ਪੂਰੇ ਮੇਜਰਸ ਫਿਰ ਵੀ ਤੁਸੀਂ ਕੋਵਿਡ ਦੇ ਲਓ, ਕਿਉਂਕਿ ਆਪਾਂ ਕੋਵਿਡ ਦੇ ਟਾਈਮ 'ਚ ਜੀ ਰਹੇ ਹਾਂ ਹੁਣ। ਆਪਾਂ ਨੂੰ ਜੇ 1% ਵੀ ਚਾਂਸ ਤੁਹਾਨੂੰ ਹੈਗਾ ਕੋਵਿਡ ਦਾ, ਤਾਂ ਵੀ ਤੁਸੀਂ ਆਈਸੋਲੇਟ ਆਪਣੇ ਆਪ ਨੂੰ ਕਰੋ ਤਾਂ ਕਿ ਦੂਜਿਆਂ ਨੂੰ ਤੁਸੀਂ ਸਪਰੈਡ ਨਾ ਕਰ ਸਕੋ। ਇੱਕ ਬਾਕੀ ਕੁਝ ਚੀਜ਼ਾਂ ਮੈਂ ਆਖਰੀ ਸਵਾਲ ਪੁੱਛਣਾ ਚਾਹਾਂਗਾ, ਤੁਸੀਂ ਦਰਸ਼ਕਾਂ ਨਾਲ ਸਾਂਝੀਆਂ ਕਰੋ ਕਿ ਜਿਸ 'ਤੇ ਕਿ ਨਾਰਮਲ ਫਲੂ ਤੇ ਬਚਿਆ ਜਾ ਸਕੇ, ਕਿਉਂਕਿ ਕਾਫੀ ਹੁਣ ਸਪਰੈਡ ਹੋ ਰਿਹਾ ਹੈ। ਬਿਲਕੁਲ, ਹਾਈਜੀਨ ਬਹੁਤ ਇੰਪੋਰਟੈਂਟ ਹੈ। ਬਾਕੀ ਕੋਵਿਡ ਨੇ ਆਪਾਂ ਨੂੰ ਬਹੁਤ ਕੁਝ ਸਿਖਾਤਾ। ਜਿਹੜੇ ਲੋਕ ਥਰਮਾਮੀਟਰ ਘਰੇ ਨਹੀਂ ਰੱਖਦੇ ਸੀ, ਉਹ ਥਰਮਾਮੀਟਰ ਰੱਖਣ ਲੱਗ ਗਏ, ਇਵਨ ਪਲਸ ਆਕਸੀਮੀਟਰ ਵੀ ਘਰੇ ਰੱਖਣ ਲੱਗ ਗਏ ਹੈ। ਸੈਚੂਰੇਸ਼ਨ ਆਪਣੀ ਚੈੱਕ ਕਰਨੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਕੋਵਿਡ ਦੇ ਵਿੱਚ ਇਹ ਬੜਾ ਹੈ ਕਿ ਇਹਦੇ ਵਿੱਚ ਹੈਪੀ ਹਾਈਪੋਕਸੀਆ ਹੁੰਦਾ ਹੈ। ਅਗਰ ਤੁਹਾਨੂੰ ਸਾਹ ਦੀ ਪ੍ਰੋਬਲਮ ਨਹੀਂ ਵੀ ਆਈ ਹੈ ਤਾਂ ਵੀ ਤੁਹਾਡਾ ਸੈਚੂਰੇਸ਼ਨ ਡਾਊਨ ਹੈ, ਉਹ ਇੱਕ ਇੰਡੀਕੇਸ਼ਨ ਹੈ ਕਿ ਤੁਹਾਨੂੰ ਕੋਵਿਡ ਹੋ ਰਿਹਾ ਹੈ। ਉਹ ਵੀ ਬਹੁਤ ਜ਼ਰੂਰੀ ਹੈ। ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ, ਸਾਰੀਆਂ ਮੇਜਰਸ ਲੈਣੀਆਂ ਸ਼ੁਰੂ ਕਰ ਦਿੱਤੀਆਂ। ਹਾਈਜੀਨ ਪ੍ਰੋਪਰ ਰੱਖੋ। ਅਗਰ ਤੁਹਾਨੂੰ ਐਲਰਜੀ ਦੀ ਹਿਸਟਰੀ ਹੈਗੀ ਹੈ ਤਾਂ ਕੋਸ਼ਿਸ਼ ਕਰੋ ਐਂਟੀ ਐਲਰਜਿਕ ਤੁਸੀਂ ਲੈਣੀ ਪਹਿਲਾਂ ਤੋਂ ਸ਼ੁਰੂ ਕਰ ਦਿਓ ਤਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ। ਸਾਰੀ ਹਾਈਜੀਨ ਰੱਖੋ, ਪ੍ਰੋਪਰ ਆਪਣੇ ਹੱਥ ਪੈਰ ਧੋਂਦੇ ਰਹੋ, ਕੋਈ ਵੀ ਗੰਦੀ ਜਗ੍ਹਾ 'ਤੇ ਨਾ ਜਾਓ, ਕਿਉਂਕਿ ਆਪਾਂ ਖਾਂਦੇ ਤਾਂ ਹੈ ਨਹੀਂ ਹੁਣ ਮਾੜਾ ਬਾਹਰਲਾ। ਕੋਸ਼ਿਸ਼ ਕਰੋ ਕਿ ਬਾਹਰ ਦੀ ਚੀਜ਼ ਨਾ ਖਾਈਏ, ਘਰੇ ਰਹੀਏ, ਸਾਰੇ ਮੇਜਰਸ ਲੈਂਦੇ ਰਹੀਏ ਅਤੇ ਆਪਾਂ ਐਲਰਜਿਕ ਰਾਈਨਾਈਟਿਸ ਜਿਹੜਾ ਹੈਗਾ ਕਾਮਨ ਕੋਲਡ ਜਿਹਨੂੰ ਆਪਾਂ ਕਹਿੰਦੇ ਉਹ ਤੋਂ ਵੀ ਬਚ ਸਕਦੇ ਹਾਂ।
ਇਸ ਮੇਰੇ ਨਾਲ ਡਾਕਟਰ ਸੱਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਦੱਸਿਆ ਕਿਸ ਤਰ੍ਹਾਂ ਡਿਫਰੈਂਸ਼ੀਏਟ ਕਰੀਏ ਅਸੀਂ ਨਾਰਮਲ ਫਲੂ ਤੇ ਕਰੋਨਾ ਦੇ ਵਿੱਚ ਕਾਫੀ ਲੱਛਣ ਹੁੰਦੇ ਜਿਹੜੇ ਕਰੋਨਾ ਨੂੰ ਨਾਰਮਲ ਫਲੂ ਤੋਂ ਅਲੱਗ ਕਰਦੇ ਨੇ ਤਾਂ ਅੱਗੇ ਅਗਰ ਤੁਹਾਨੂੰ ਕੁਝ ਇਹੋ ਜਿਹੀ ਤਕਲੀਫ ਹੁੰਦੀ ਹੈ ਤਾਂ ਤੁਸੀਂ ਡਿਫਰੈਂਸ਼ੀਏਟ ਕਰ ਸਕਦੇ ਹੋ। ਦਿੱਲੀ ਤੋਂ ਕੈਮਰਾਮੈਨ ਲਕਸ਼ ਨਾਲ ਨਿਤਿਨ ਨਿਵਾਨ, ਦੈਨਿਕ ਸਵੇਰਾ ਟੀਵੀ। ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ।